ਤਾਂ ਮੈਂ ਜਾਣਨਾ ਚਾਹੂੰਗੀ ਕਿ ਤਿਆਰ ਹੋਣ ਨੂੰ ਸਮਾਂ ਕਿੰਨਾ ਲੱਗਿਆ? ਤਿਆਰ ਹੋਣ ਨੂੰ ਜਿਹੜਾ ਇਹਨੂੰ ਸਮਾਂ ਹੈ ਜੀ, ਵਰਕਿੰਗ ਆਵਰਸ ਨੂੰ ਅਸੀਂ ਕੈਲਕੂਲੇਟ ਕਰੀਏ ਤਾਂ ਤਕਰੀਬਨ 3 ਜਾਂ 4 ਮਹੀਨੇ ਸਾਨੂੰ ਲੱਗੇ ਆ। ਬਟ ਇਹ ਅਸੀਂ ਸਲੋ ਕਰਕੇ ਤਿਆਰ ਕੀਤੀ, ਤਕਰੀਬਨ ਸਾਲ ਕੁ ਲਾਤਾ ਆਪਾਂ ਇਹਨੂੰ। ਤੇ ਸਰ ਫਿਰ ਕਿਹੜੇ ਪਾਰਟਸ ਜਿਹੜੇ ਨੇ ਇਹਦੇ ਵਿੱਚ ਯੂਜ਼ ਕੀਤੇ ਨੇ ਤੁਸੀਂ? ਇਹਦੇ ਵਿੱਚ ਮਲਟੀਪਲਸ ਨੇ ਜੀ, ਮਤਲਬ ਕਿ ਕਬਾੜ ਦੇ ਵਿੱਚੋਂ ਹੀ ਮੈਂ ਲਏ ਨੇ। ਤਕਰੀਬਨ ਜਿਵੇਂ ਕਹਿ ਲਓ ਫੀਟ ਦਾ ਮੀਟਰ ਲਗਾਇਆ ਹੋਇਆ, ਤੇ ਕੁਝ ਮਰੂਤੀ ਦਾ ਸਮਾਨ ਲੱਗਾ ਹੋਇਆ ਆ, ਕੁਝ ਜਿਹੜੀਆਂ ਆਪਾਂ ਸੀਟਾਂ ਤੇ ਬੈਠੇ ਆ ਜ਼ੈਨ ਦੀਆਂ ਨੇ, ਟਾਇਰ ਸਵਿਫਟ ਦੇ ਲੱਗੇ ਹੋਏ ਆ, ਟੈਂਕੀ ਜਿਹੜੀ ਐਕਟਿਵਾ ਦੀ ਯੂਜ਼ ਕੀਤੀ ਹੋਈ ਆ। ਸੋ ਅਲੱਗ-ਅਲੱਗ ਚੀਜ਼ਾਂ ਦਾ ਆਪਾਂ ਸਮਾਨ ਜਿਹੜਾ ਯੂਜ਼ ਕਰਕੇ ਇਹਨੂੰ ਬਣਾਇਆ ਹੈਗਾ। ਵਿੱਚ ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਆਹ ਸਾਡੀ ਐਕਟਿਵਾ ਦੀ ਟੈਂਕੀ ਹੈ, ਇਹ 'ਚ ਤਕਰੀਬਨ 6 ਲੀਟਰ ਤੇਲ ਪੈਂਦਾ ਹੈਗਾ, ਠੀਕ ਹੈ ਜੀ। ਇਹ ਵੀ ਮੈਂ ਕਬਾੜ 'ਚੋਂ ਲਈ ਸੀਗੀ। ਇਸੇ ਤਰ੍ਹਾਂ ਮਰੂਤੀ ਦੀ ਬੈਟਰੀ ਰੱਖੀ ਹੋਈ ਆ ਆਪਾਂ ਇਹਦੇ ਵਿੱਚ, ਛੋਟੀ ਬੈਟਰੀ ਆਪਾਂ ਬਾਈਕ ਵਾਲੀ ਵੀ ਰੱਖੀ ਹੋਈ ਆ ਵੀ ਐਮਰਜੈਂਸੀ ਕਿਤੇ ਲੋਡ ਪੈ ਜਾਏ ਤਾਂ ਵਰਤ ਹੋ ਜਾਏ, ਠੀਕ ਹੈ ਜੀ। ਇਸੇ ਤਰ੍ਹਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਧਰ ਆ ਕੇ ਉਹ ਬਾਈਕ ਦਾ ਇੰਜਨ ਜਿਹੜਾ ਉਹ ਦਿਖਾ ਸਕਦੇ ਨੇ, ਨੀਚੇ ਇੱਥੇ ਲੱਗਾ ਹੋਇਆ ਨੇ। ਇਹ 100 cc ਸਪਲੈਂਡਰ ਦਾ ਜਿਹੜਾ ਇਹ ਇੰਜਨ ਹੈਗਾ ਜੀ, ਠੀਕ ਹੈ ਜੀ। ਤੇ ਆ ਟਾਇਰ ਜਿਹੜੇ ਆ ਇਹ ਸਵਿਫਟ ਦੇ ਨੇ ਆਪਾਂ ਯੂਜ਼ ਕੀਤੇ ਹੋਏ, ਠੀਕ ਹੈ ਜੀ। ਬਾਕੀ ਜਿੰਨਾ ਵੀ ਮਟੀਰੀਅਲ ਇਹਦੇ ਵਿੱਚ ਹੈਗਾ ਉਹ ਮਰੂਤੀ ਦਾ ਯੂਜ਼ ਕੀਤਾ ਹੋਇਆ ਹੈ। ਤਾਂ ਬਿਲਕੁਲ ਉੱਧਰ ਤੁਸੀਂ ਉਹ ਨੈਨੋ ਜਿਹੜੀ ਹੈ ਰੈਡੀ ਕੀਤੀ ਹੈ, ਇੱਕ ਨੈਨੋ ਨੂੰ ਜੀਪ ਦੇ ਵਿੱਚ ਤਬਦੀਲ ਕੀਤਾ। ਇਹ ਨਹੀਂ ਮੈਨੂੰ ਕਨਸੈਪਟ ਸਮਝ ਆਇਆ ਵੀ ਇਹ ਦਿਮਾਗ ਦੇ ਵਿੱਚ ਕਿੱਦਾਂ ਆਇਆ ਤੁਹਾਡੇ? ਇੱਦਾਂ ਸੀਗਾ ਜੀ ਵੀ ਐਕਚੁਅਲੀ ਨਾ ਜਿਵੇਂ ਇਹ ਗੱਡੀ ਦੀਆਂ ਮੇਰੀਆਂ ਇੰਟਰਵਿਊਜ਼ ਪਈਆਂ, ਉਸ ਤੋਂ ਬਾਅਦ ਕਾਫੀ ਡਿਮਾਂਡਸ ਮੈਨੂੰ ਆਉਣੀਆਂ ਸ਼ੁਰੂ ਹੋ ਗਈਆਂ, ਤੇ ਉਹ ਡਿਮਾਂਡ ਤੋਂ ਹੀ ਇੱਦਾਂ ਹੀ ਕਿਸੇ ਕਸਟਮਰ ਨੇ ਮੈਨੂੰ ਕਿਹਾ, ਤੇ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਸੀਗੀਆਂ ਉਹਦੇ ਅਕੋਰਡਿੰਗਲੀ ਫਿਰ ਇਸ ਗੱਡੀ ਨੂੰ ਤਿਆਰ ਕੀਤਾ ਆਪਾਂ। ਨੈਨੋ ਜੀਪ ਦੇ ਵਿੱਚ ਕਿਵੇਂ ਤਬਦੀਲ ਕਰ ਦਿੱਤੀ, ਮਤਲਬ ਕਿ ਖਾਸ ਚੀਜ਼ਾਂ ਕਿਹੜੀਆਂ ਰਹੀ? ਇਹਦੇ 'ਚ ਇੱਦਾਂ ਜੀ, ਬੇਸਿਕਲੀ ਇਹਦਾ ਜਿਹੜਾ ਬੇਸ ਹੈ ਥੱਲੇ ਦਾ ਉਹ ਅਸੀਂ ਟੋਟਲੀ ਨੈਨੋ ਦਾ ਹੀ ਰੱਖਿਆ ਹੋਇਆ, ਤਾਂ ਜੋ ਕੋਈ ਸਾਨੂੰ ਆਉਣ ਵਾਲੇ ਸਮੇਂ 'ਚ ਪ੍ਰੋਬਲਮ ਨਾ ਆਵੇ, ਹੈ ਨਾ। ਜਿਵੇਂ ਨੈਨੋ ਦਾ ਇੰਜਨ ਪਿੱਛੇ ਹੁੰਦਾ, ਇਹਦਾ ਪਿੱਛੇ ਹੀ ਹੈ, ਸਿਰਫ ਅਸੀਂ ਇਹਦੀ ਉੱਪਰਲੀ ਬੋਡੀ ਹੈ ਉਹਨੂੰ ਅਸੀਂ ਮੋਡੀਫਾਈ ਕੀਤਾ। ਇੱਕ ਹੋਰ ਮੈਂ ਤੁਹਾਨੂੰ ਚੀਜ਼ ਪੁੱਛਣਾ ਚਾਹੁੰਦੀ, ਯੂਜੂਅਲੀ ਗੱਡੀਆਂ ਦੇ ਜਿਹੜੇ ਸਟੀਅਰਿੰਗ ਹੁੰਦੇ ਆ ਉਹ ਰਾਈਟ ਸਾਈਡ ਤੇ ਹੁੰਦੇ ਆ ਇੰਡੀਆ 'ਚ ਸਪੈਸ਼ਲੀ, ਤੇ ਤੁਸੀਂ ਇਹ ਲੈਫਟ ਹੈਂਡ ਸਾਈਡ ਤੇ ਸਟੀਅਰਿੰਗ ਲਗਾਇਆ, ਇਹਦਾ ਕਾਰਨ? ਬਸ ਕਹਿ ਲਓ ਬਾਹਰਲਾ ਮਜ਼ਾ ਲੈਣਾ ਸੀ। ਨਹੀਂ ਕੋਈ ਦਿੱਕਤ ਤਾਂ ਨਹੀਂ ਆਈ ਵੀ ਇੱਦਾਂ ਚਲਾਉਣ 'ਚ? ਨਹੀਂ, ਮੈਂ ਸੱਚੀ ਦੱਸਾਂ ਤਾਂ ਮਤਲਬ ਕੋਈ ਪ੍ਰੋਬਲਮ ਇੱਦਾਂ ਦੀ ਆਈ ਨਹੀਂ ਹੈ। ਮਜ਼ਾ ਆਉਂਦਾ ਚਲਾ ਕੇ, ਵੈਸੇ ਤਾਂ ਇੱਕ ਥੋੜ੍ਹਾ ਜਿਹਾ ਬਾਹਰਲੀ ਫੀਲਿੰਗ ਵੀ ਆ ਜਾਂਦੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ 에ਅਰ ਟੀਵੀ ਤੇ ਮੈਂ ਹਾਂ ਮਨਪ੍ਰੀਤ ਕੌਰ। ਪੰਜਾਬੀਆਂ ਨੂੰ ਜੁਗਾੜੂ ਕੌਮ ਕਿਹਾ ਜਾਂਦਾ ਹੈ, ਬੜੇ ਜੁਗਾੜੀ ਹੁੰਦੇ ਨੇ ਪੰਜਾਬੀ, ਤੇ ਜਦੋਂ ਪੰਜਾਬੀਆਂ ਦੇ ਜੁਗਾੜ ਲੱਗਦੇ ਨੇ ਤਾਂ ਕਈ ਵਾਰ ਤਾਂ ਸਿਰਾ ਹੀ ਲੱਗ ਜਾਂਦਾ ਹੈ। ਤੇ ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹਾ ਹੀ ਜੁਗਾੜ ਜਿਹੜਾ ਦਿਖਾਉਣ ਜਾ ਰਹੇ ਹਾਂ ਜੋ ਕਿ ਇੱਕ ਪੰਜਾਬੀ ਨੇ ਲਗਾਇਆ। ਅਸੀਂ ਅੱਜ ਮੌਜੂਦ ਹਾਂ ਹੁਸ਼ਿਆਰਪੁਰ ਦੇ ਲਾਗੇ ਪਿੰਡ ਸਤੌਰ, ਜਿੱਥੇ ਕਿ ਭੁਪਿੰਦਰ ਸਿੰਘ ਜੀ ਰਹਿੰਦੇ ਨੇ, ਜਿਨ੍ਹਾਂ ਦੇ ਵੱਲੋਂ ਕਿ ਇੱਕ ਬੜਾ ਹੀ ਵਧੀਆ ਜੁਗਾੜ ਲਗਾਇਆ ਗਿਆ। ਜੀਪ ਤੁਸੀਂ ਦੇਖ ਰਹੇ ਹੋ ਜਿਸ ਦੇ ਵਿੱਚ ਮੈਂ ਬੈਠੀ ਹਾਂ, ਇਸ ਦੇ ਅਲੱਗ-ਅਲੱਗ ਪਾਰਟਸ ਜਿਹੜੇ ਨੇ, ਅਲੱਗ-ਅਲੱਗ ਵਾਹੀਕਲਸ ਦੇ ਜਿਹੜੇ ਯੂਜ਼ ਕਰਕੇ ਇਸ ਜੀਪ ਨੂੰ ਬਣਾਇਆ ਗਿਆ। 100 cc ਜਿਹੜੀ ਹੈ ਤਿਆਰ ਕੀਤੀ ਗਈ ਹੈ। ਤੇ ਗੱਲਬਾਤ ਕਰਦੇ ਹਾਂ ਸਰ, ਬਹੁਤ ਹੀ ਸੋਹਣੀ ਲੱਗ ਰਹੀ ਹੈ ਜੀਪ। ਇਹ ਪਹਿਲਾਂ ਤਾਂ ਮੈਂ ਜਾਣਨਾ ਚਾਹੂੰਗੀ ਕਿ ਤਿਆਰ ਹੋਣ ਨੂੰ ਸਮਾਂ ਕਿੰਨਾ ਲੱਗਿਆ? ਤਿਆਰ ਹੋਣ ਨੂੰ ਜਿਹੜਾ ਇਹਨੂੰ ਸਮਾਂ ਹੈ ਜੀ, ਵਰਕਿੰਗ ਆਵਰਸ ਨੂੰ ਅਸੀਂ ਕੈਲਕੂਲੇਟ ਕਰੀਏ ਤਾਂ ਤਕਰੀਬਨ 3 ਜਾਂ 4 ਮਹੀਨੇ ਸਾਨੂੰ ਲੱਗੇ ਆ। ਬਟ ਇਹ ਅਸੀਂ ਸਲੋ ਕਰਕੇ ਤਿਆਰ ਕੀਤੀ, ਤਕਰੀਬਨ ਸਾਲ ਕੁ ਲਾਤਾ ਆਪਾਂ ਇਹਨੂੰ। ਕਿੱਦਾਂ ਫਿਰ ਮਤਲਬ ਮੈਨੂੰ ਲੱਗਦਾ ਤਾਂ ਨਹੀਂ ਕਿ ਮਤਲਬ ਤੁਸੀਂ ਕੋਈ ਮਕੈਨਿਕ ਹੋ, ਤੁਸੀਂ ਜਿੱਦਾਂ ਦੱਸਿਆ ਕਿ ਸਕੂਲ ਦੇ ਵਿੱਚ ਤੁਸੀਂ ਬਤੌਰ ਅਕਾਊਂਟੈਂਟ ਵਰਕਿੰਗ ਹੋ ਨਾ, ਤੇ ਕਿੱਦਾਂ ਫਿਰ ਇਹਨੂੰ ਤਿਆਰ ਕਿਵੇਂ ਕੀਤਾ, ਮਤਲਬ ਇਹ ਦਿਮਾਗ ਕਿਵੇਂ ਲੜਾ? ਇੱਦਾਂ ਹੁੰਦਾ ਜੀ, ਕਈ ਵਾਰੀ ਨਾ ਕਈ ਬੰਦੇ ਦੇ ਜਿਹੜੇ ਸ਼ੌਂਕ ਹੁੰਦੇ ਆ ਉਹੀ ਬੰਦੇ ਨੂੰ ਸਾਰਾ ਕੁਝ ਸਿਖਾ ਦਿੰਦੇ ਨੇ, ਤੇ ਕੁਝ ਮੈਨੂੰ ਪਰਿਵਾਰਕ ਮੇਰੇ ਪਿਛੋਕੜ ਤੋਂ ਮਿਲਿਆ ਹੋਇਆ ਹੈ। ਮੇਰੇ ਦਾਦਾ ਜੀ ਵੀ ਇਸੇ ਤਰ੍ਹਾਂ ਕੰਮ ਕਰਦੇ ਸੀ, ਤੇ ਮੇਰੇ ਫਾਦਰ ਸਾਹਿਬ ਵੀ, ਉਹ ਬਸ ਉਹੀ ਗੁੜਤੀ 'ਚ ਮੈਨੂੰ ਮਿਲਿਆ ਹੋਇਆ, ਉੱਥੋਂ ਹੀ ਬਸ ਕੀਤਾ। ਮੈਂ ਕੋਈ ਡਿਪਲੋਮਾ ਜਾਂ ਕੁਝ ਨਹੀਂ ਕੀਤਾ ਹੋਇਆ, ਬਸ ਇਹ ਵਾਹਿਗੁਰੂ ਦੀ ਕਿਰਪਾ ਹੀ ਹੈ ਜੀ। ਅੱਛਾ, ਇਹ ਦਿਮਾਗ ਦੇ ਵਿੱਚ ਡਿਜ਼ਾਈਨ ਆਪਣਾ ਹੀ ਹੈ, ਇਹਦਾ ਬਲੂਪ੍ਰਿੰਟ ਰੈਡੀ ਕੀਤਾ ਸੀ ਪਹਿਲਾਂ ਕਿ ਕੁਝ ਇਸ ਤਰੀਕੇ ਦਾ ਬਣਾਵਾਂਗੇ ਅਸੀਂ? ਕਿਉਂਕਿ ਦੇਖ ਰਹੇ ਯੂਜੂਅਲੀ ਜਿਹੜੀਆਂ ਜੀਪਾਂ ਹੁੰਦੀਆਂ ਕਾਫੀ ਉੱਚੀਆਂ ਹੁੰਦੀਆਂ, ਇਹ ਨੀਵੀਂ ਔਰ ਬੜੀ ਵਧੀਆ ਲੱਗ ਰਹੀ ਹੈ, ਬਹਿ ਕੇ ਵੀ ਬੜਾ ਅੱਛਾ ਲੱਗ ਰਿਹਾ। ਤਾਂ ਕਿਵੇਂ ਰੈਡੀ ਕੀਤਾ ਹੈ? ਇਸ ਟੈਕਨੀਕਲੀ ਜੇ ਆਪਾਂ ਕਹੀਏ ਕੋਈ ਇਹਦਾ ਅਸੀਂ ਕੰਪਿਊਟਰ 'ਚ ਡਿਜ਼ਾਈਨ ਬਣਾਇਆ ਜਾਂ ਇੱਦਾਂ ਕੁਝ ਨਹੀਂ ਕੀਤਾ। ਇਹ ਜਿਵੇਂ ਸਾਨੂੰ ਪਾਰਟਸ ਮਿਲਦੇ ਰਹੇ, ਮਾਈਂਡ ਦੇ ਵਿੱਚ ਆਉਂਦਾ ਰਿਹਾ ਵੀ ਆਪਾਂ ਇਹਨੂੰ ਆਹ ਸ਼ੇਪ ਦੇਣੀ, ਉਸੇ ਤਰ੍ਹਾਂ ਆਪਣਾ ਅਸੀਂ ਇਹਨੂੰ ਸ਼ੇਪ ਦੇ ਦਿੱਤੀ। ਕੋਈ ਪਾਰਟੀਕੂਲਰ ਕੋਈ ਡਿਜ਼ਾਈਨ ਵੈਸੇ ਸੋਚਿਆ ਨਹੀਂ ਸੀ, ਪਰ ਇੰਨਾ ਕੁ ਸੀਗਾ ਕਿ ਜੀਪ ਟਾਈਪ ਹੀ ਬਣਾਵਾਂਗੇ ਆਪਾਂ। ਹਾਂਜੀ,
ਤੇ ਸਰ ਫਿਰ ਕਿਹੜੇ ਪਾਰਟਸ ਜਿਹੜੇ ਨੇ ਇਹਦੇ ਵਿੱਚ ਯੂਜ਼ ਕੀਤੇ ਨੇ ਤੁਸੀਂ? ਇਹਦੇ ਵਿੱਚ ਮਲਟੀਪਲਸ ਨੇ ਜੀ, ਮਤਲਬ ਕਿ ਕਬਾੜ ਦੇ ਵਿੱਚੋਂ ਹੀ ਮੈਂ ਲਏ ਨੇ। ਤਕਰੀਬਨ ਜਿਵੇਂ ਕਹਿ ਲਓ ਫੀਟ ਦਾ ਮੀਟਰ ਲਗਾਇਆ ਹੋਇਆ, ਤੇ ਕੁਝ ਮਰੂਤੀ ਦਾ ਸਮਾਨ ਲੱਗਾ ਹੋਇਆ ਆ, ਕੁਝ ਜਿਹੜੀਆਂ ਆਪਾਂ ਸੀਟਾਂ ਤੇ ਬੈਠੇ ਆ ਜ਼ੈਨ ਦੀਆਂ ਨੇ, ਟਾਇਰ ਸਵਿਫਟ ਦੇ ਲੱਗੇ ਹੋਏ ਆ, ਟੈਂਕੀ ਜਿਹੜੀ ਐਕਟਿਵਾ ਦੀ ਯੂਜ਼ ਕੀਤੀ ਹੋਈ ਆ। ਸੋ ਅਲੱਗ-ਅਲੱਗ ਚੀਜ਼ਾਂ ਦਾ ਆਪਾਂ ਸਮਾਨ ਜਿਹੜਾ ਯੂਜ਼ ਕਰਕੇ ਇਹਨੂੰ ਬਣਾਇਆ ਹੈਗਾ। ਤੇ ਗੇਅਰ ਦਾ ਇਹ ਵੀ ਪਤਾ ਲੱਗਾ, ਕਹਿੰਦੇ ਵੀ ਇਹਦੇ 'ਚ ਬਾਈਕ ਦਾ ਗੇਅਰ ਵੀ ਕੁਝ ਯੂਜ਼ ਕੀਤਾ ਗਿਆ ਇਹਦੇ 'ਚ। ਹਾਂਜੀ, ਇਹਦੇ ਵਿੱਚ ਨਾ ਤਕਰੀਬਨ ਜੇ ਮੈਂ ਕੈਲਕੂਲੇਟ ਕਰਕੇ ਦੱਸਾਂ ਤਾਂ 9 ਗੇਅਰ ਨੇ, ਤੇ ਜਿਹਦੇ ਵਿੱਚ 4 ਗੇਅਰ ਹੀ ਰਿਵਰਸ ਨੇ ਤੇ 4 ਗੇਅਰ ਹੀ ਫਰੰਟ ਦੇ ਨੇ। ਤੇ ਇਹਨੂੰ ਅਸੀਂ ਤਕਰੀਬਨ ਕਹਿ ਲਓ ਵੀ ਲੋ ਤੇ ਹਾਈ 'ਚ ਵੀ ਚਲਾ ਸਕਦੇ ਹਾਂ ਤੇ ਸਪੀਡ 'ਚ ਵੀ ਚਲਾ ਸਕਦੇ ਹਾਂ। ਹਾਂਜੀ ਤਾਂ ਬਿਲਕੁਲ ਜਿਵੇਂ ਤੁਹਾਨੂੰ ਦੱਸਿਆ ਕਿ ਐਕਟਿਵਾ ਦਾ ਜਿਹੜੀ ਟੈਂਕੀ ਹੈ ਇਹਦੇ ਤੇ ਲੱਗੀ ਹੋਈ, ਮੈਂ ਚਾਹੂੰਗੀ ਭਾਜੀ ਇੱਕ ਵਾਰੀ ਇਹਨੂੰ ਜ਼ਰੂਰ ਆਪਾਂ ਦਿਖਾਈਏ ਵੀ। ਤਾਂ ਬਿਲਕੁਲ ਇਹ ਜਦੋਂ ਓਪਨ ਹੋਏਗੀ ਤਾਂ ਇੱਥੇ ਤੁਹਾਨੂੰ ਦਿਖਾ ਸਕਦੇ ਹਾਂ ਕਿ ਕਿਸ ਤਰੀਕੇ ਦੇ ਐਕਟਿਵਾ ਦੀ ਟੈਂਕੀ ਜਿਹੜੀ ਹੈ ਇਹਦੇ ਵਿੱਚ ਫਿੱਟ ਜਿਹੜੀ ਕੀਤੀ ਗਈ ਹੈ। ਤਾਂ ਹੋਰ ਵੀ ਜਿਹੜਾ ਸਮਾਨ ਇਹਦੇ ਵਿੱਚ ਯੂਜ਼ ਹੋਇਆ ਕੁਝ ਯੂਨੀਕ, ਮੈਂ ਚਾਹੁੰਦੀ ਹਾਂ ਸਾਡੇ ਦਰਸ਼ਕਾਂ ਨੂੰ ਉਹ ਵੀ ਜ਼ਰੂਰ ਦੱਸਿਓ। ਹਾਂਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਆਹ ਸਾਡੀ ਐਕਟਿਵਾ ਦੀ ਟੈਂਕੀ ਹੈ, ਜਿਸ 'ਚ ਤਕਰੀਬਨ 6 ਲੀਟਰ ਤੇਲ ਪੈਂਦਾ ਹੈਗਾ। ਠੀਕ ਹੈ ਜੀ, ਇਹ ਵੀ ਮੈਂ ਕਬਾੜ 'ਚੋਂ ਲਈ ਸੀਗੀ। ਤੇ ਇਸੇ ਤਰ੍ਹਾਂ ਮਰੂਤੀ ਦੀ ਬੈਟਰੀ ਰੱਖੀ ਹੋਈ ਆ ਆਪਾਂ ਇਹਦੇ ਵਿੱਚ, ਛੋਟੀ ਬੈਟਰੀ ਆਪਾਂ ਬਾਈਕ ਵਾਲੀ ਵੀ ਰੱਖੀ ਹੋਈ ਆ ਵੀ ਐਮਰਜੈਂਸੀ ਕਿਤੇ ਲੋਡ ਪੈ ਜਾਏ ਤਾਂ ਵਰਤ ਹੋ ਜਾਏ। ਠੀਕ ਹੈ ਜੀ, ਇਸੇ ਤਰ੍ਹਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਧਰ ਆ ਕੇ ਉਹ ਬਾਈਕ ਦਾ ਇੰਜਨ ਜਿਹੜਾ ਉਹ ਦਿਖਾ ਸਕਦੇ ਨੇ, ਨੀਚੇ ਇੱਥੇ ਲੱਗਾ ਹੋਇਆ ਨੇ। ਇਹ 100 ਸੀਸੀ ਸਪਲੈਂਡਰ ਦਾ ਜਿਹੜਾ ਇਹ ਇੰਜਨ ਹੈਗਾ ਜੀ। ਠੀਕ ਹੈ ਜੀ, ਤੇ ਆ ਟਾਇਰ ਜਿਹੜੇ ਆ ਇਹ ਸਵਿਫਟ ਦੇ ਨੇ ਆਪਾਂ ਯੂਜ਼ ਕੀਤੇ ਹੋਏ। ਠੀਕ ਹੈ ਜੀ, ਬਾਕੀ ਜਿੰਨਾ ਵੀ ਮਟੀਰੀਅਲ ਇਹਦੇ ਵਿੱਚ ਹੈਗਾ ਉਹ ਮਰੂਤੀ ਦਾ ਯੂਜ਼ ਕੀਤਾ ਹੋਇਆ ਹੈਗਾ। ਤਾਂ ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਨਾਲ ਜਿਹੜੇ ਆ ਵਾਹੀਕਲਸ ਤੋਂ ਪਾਰਟਸ ਲੈ ਕੇ ਇਹਨੂੰ ਤੁਸੀਂ ਕੰਪਲੀਟ ਕੀਤਾ। ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ। ਜੋ ਵੀ ਮੈਨੂੰ ਬੇਸਿਕਲੀ ਨਾ, ਮੈਂ ਕੋਈ ਬਹੁਤਾ ਨਵਾਂ ਮਟੀਰੀਅਲ ਨਹੀਂ ਪਰਚੇਜ਼ ਕੀਤਾ, ਸਿਰਫ ਲਾਈਟਾਂ ਵਗੈਰਾ ਮੈਂ ਨਵੀਆਂ ਪਰਚੇਜ਼ ਕੀਤੀਆਂ, ਬਾਕੀ ਮੈਂ ਸਾਰਾ ਕਬਾੜ ਚੋਂ ਲਿਆ ਜੀ। ਤੇ ਜੇ ਮੈਂ ਗੱਲ ਕਰਾਂ ਕਿ ਇਹਦੇ ਤੇ ਖਰਚਾ ਟੋਟਲ ਕਿੰਨਾ ਕੁ ਖਰਚਾ ਆਇਆ ਹੋਏਗਾ ਇਸ ਜੀਪ ਨੂੰ ਬਣਾਉਣ ਦੇ ਲਈ? ਖਰਚਾ ਇਦਾਂ ਜੀ ਵੀ ਕਿਉਂਕਿ ਫਸਟ ਟਾਈਮ ਇਹ ਬਣਾਈ ਸੀਗੀ ਤੇ ਕਈ ਵਾਰੀ ਗਲਤੀਆਂ ਵੀ ਹੋਈਆਂ, ਕਈ ਸਮਾਨ ਖਰਾਬ ਵੀ ਕੀਤਾ ਆਪਾਂ, ਤੇ ਤਕਰੀਬਨ ਮੇਰਾ 2 ਲੱਖ ਤੋਂ ਉੱਪਰ ਹੀ ਖਰਚਾ ਆ ਗਿਆ ਇਹਦੇ ਉੱਪਰ। ਮੈਂ ਕਦੀ ਕੈਲਕੂਲੇਟ ਤਾਂ ਬਹੁਤਾ ਕੀਤਾ ਨਹੀਂ, ਮੋਟਾ ਆਈਡੀਆ ਹੈ ਜੀ। ਤੇ ਵੈਸੇ ਉਦਾਂ ਜੇ ਸਹੀ ਤਰੀਕੇ ਨਾਲ ਬਣਾਉਣੀ ਹੋਵੇ ਤਕਰੀਬਨ ਉਹੀ 2 ਦੇ ਵਿੱਚ ਬਣ ਜਾਂਦੀ ਹੈ ਗੱਡੀ ਵੈਸੇ। ਹਾਂਜੀ, ਜੇਕਰ ਇਹਨੂੰ ਬੰਦ ਕਰਕੇ ਵੀ ਅਸੀਂ ਦੇਖੀਏ ਤਾਂ ਇੱਥੇ ਵੀ ਲੱਗਾ ਹੋਇਆ ਕਿਸਾਨਾਂ ਦਾ ਕਿ ਨੋ ਫਾਰਮਰ ਨੋ ਫੂਡ, ਤੇ ਕਿਸਾਨ ਮਜ਼ਦੂਰ ਏਕਤਾ ਵੀ ਜ਼ਿੰਦਾਬਾਦ ਲਿਖਿਆ ਹੋਇਆ। ਲੱਗਦਾ ਕਿਸਾਨੀ ਨਾਲ ਜ਼ਿਆਦਾ ਪਿਆਰ ਆ ਤੁਹਾਨੂੰ? ਹਾਂਜੀ, ਕਿਉਂਕਿ ਮੈਂ ਪਿੰਡ 'ਚ ਰਹਿੰਦਾ ਆ, ਤੇ ਜਦੋਂ ਕਿ ਮੇਰੀ ਗੱਡੀ ਬਣੀ ਸੀਗੀ ਤੇ ਸਾਰਿਆਂ ਨੂੰ ਯਾਦ ਹੋਣਾ ਆ ਵੀ ਉਦੋਂ ਕਿਸਾਨੀ ਸੰਘਰਸ਼ ਚਾਲੂ ਹੋਇਆ ਸੀ ਤੇ ਸਾਡੇ ਇਸ ਇਲਾਕੇ 'ਚ ਵੀ ਚੱਲਿਆ, ਤੇ ਉਦੋਂ ਜਿੰਨੀਆਂ ਵੀ ਰੈਲੀਆਂ ਜਿਹੜੀਆਂ ਇੱਥੇ ਨਿਕਲੀਆਂ ਨੇ ਉਹਦੇ ਵਿੱਚ ਮੇਰੀ ਗੱਡੀ ਮੋਹਰੀ ਰਹੀ ਹੈ ਜੀ। ਪਰ ਸਰ ਇਹ ਬਣਾਉਣ ਪਿੱਛੇ ਸਭ ਤੋਂ ਵੱਡਾ ਕਾਰਨ ਕੀ ਰਿਹਾ? ਕਿਉਂਕਿ ਬੜੀ ਵਾਰ ਇਦਾਂ ਹੋਇਆ ਚ ਵੀ ਦੇਖਦੇ ਆ, ਕਈ ਸੀਰੀਅਲਸ ਕਈ ਵੈਬ ਸੀਰੀਜ਼ 'ਚ ਵੀ ਦੇਖਿਆ ਕਿ ਪੁਰਾਣੇ ਟਾਈਮ ਤੇ ਰਾਜੇ ਮਹਾਰਾਜੇ ਜਾਂ ਕੋਈ ਇੱਦਾਂ ਦੀ ਮਤਲਬ ਲਾਰੀ ਹੀ ਯੂਜ਼ ਕਰਿਆ ਕਰਦੇ ਸੀ ਆਉਣ ਜਾਣ ਲਈ, ਕਿ ਮਤਲਬ ਉਹ ਆਈਡੀਆ ਸੀਗਾ ਇਹ ਕੁਝ ਹੋਰ ਦਿਮਾਗ 'ਚ ਚੱਲਦਾ ਸੀ ਕਿ ਨਹੀਂ ਕੁਝ ਇੱਦਾਂ ਦਾ ਬਣਾਉਣਾ। ਐਕਚੁਅਲੀ ਨਾ ਉਹ ਜਿਵੇਂ ਉਦੋਂ ਵਿੰਟੇਜ ਕਾਰਾਂ ਚੱਲਦੀਆਂ ਸੀਗੀਆਂ ਨਾ, ਤੇ ਬਟ ਉਹ ਕਾਫੀ ਬੰਦਿਆਂ ਨੇ ਬਣਾਈਆਂ ਨੇ, ਤੇ ਮੇਰਾ ਸੀ ਵੀ ਮੇਰੀ ਜਿਹੜਾ ਡਿਜ਼ਾਈਨ ਉਹ ਯੂਨੀਕ ਹੋਵੇ, ਉਹ ਜੇ ਕੋਈ ਦੇਖੇ ਤਾਂ ਦੇਖਦਾ ਹੀ ਰਹਿ ਜਾਏ ਉਹਨੂੰ। ਇਸ ਕਰਕੇ ਫਿਰ ਇਹ ਡਿਜ਼ਾਈਨ ਤਿਆਰ ਕੀਤਾ ਕਿ ਥੋੜਾ ਅਲੱਗ ਦਿਸੇ ਇਹ। ਆਪਾਂ ਮਤਲਬ ਵਿੰਟੇਜ ਜੀਪ ਬਣਾ ਦਿੱਤੀ। ਹਾਂ, ਵਿੰਟੇਜ ਜੀਪ ਬਣਾਤੀ ਆਪਾਂ ਇਹ ਕਹਿ ਸਕਦੇ ਹਾਂ। ਹਾਂਜੀ, ਇਹਦਾ ਜਿਹੜਾ ਸਾਈਜ਼ ਹੈਗਾ ਆ, ਵੱਡੀ ਜੀਪ ਨਾਲ ਖੜੀ ਕਰ ਦਈਏ ਤਾਂ ਇਹ ਉਹਦਾ ਬੱਚਾ ਹੀ ਲੱਗਦਾ, ਕਿਉਂਕਿ ਇਹਦਾ ਸਾਈਜ਼ 4 ਫੁੱਟ ਚੌੜੀ ਹੈ ਤੇ 8 ਫੁੱਟ ਲੰਬੀ ਹੈ। ਤੇ ਜਦੋਂ ਆਫ ਰੋਡਿੰਗ ਵਗੈਰਾ ਤੇ ਜਾਂਦੇ ਹੋ ਕੋਈ ਦਿੱਕਤ ਤਾਂ ਨਹੀਂ ਦਿੰਦੀ? ਆਰਾਮ ਨਾਲ ਹੋ ਜਾਂਦਾ ਹੈ? ਹਾਂਜੀ, ਕੋਈ ਇਦਾਂ ਦੀ ਗੱਲ ਨਹੀਂ ਆ। ਤੁਸੀਂ ਇਹਨੂੰ ਪਹਾੜਾਂ 'ਚ ਵੀ ਲੈ ਕੇ ਜਾ ਸਕਦੇ ਆ, ਇਹਨੂੰ ਖੇਤਾਂ 'ਚ ਵੀ ਘੁਮਾ ਸਕਦੇ ਆ, ਕੋਈ ਇਦਾਂ ਦੀ ਦਿੱਕਤ ਨਹੀਂ ਆ। ਵੀ ਹਾਂ, ਥੋੜਾ ਜਿਹਾ ਮੈਂ ਇਹ ਕਹਿ ਸਕਦਾ ਕਿ ਵੱਡੀ ਜੀਪ ਵਾਂਗੂ ਤਾਂ ਨਹੀਂ ਕਰਦੀ, ਬਟ ਫਿਰ ਵੀ ਕਰ ਜਾਂਦੀ ਆ ਕੰਮ, ਆਪਾਂ ਮਜ਼ਾ ਲੈ ਸਕਦੇ ਇਹਦੇ ਉੱਪਰ। ਤੇ ਜੇ ਇਹਦੀ ਐਵਰੇਜ ਦੀ ਗੱਲ ਕਰਾਂ ਤਾਂ ਐਵਰੇਜ ਫਿਰ ਕਿੱਦਾਂ? ਐਵਰੇਜ ਤਕਰੀਬਨ ਇਹ ਮਤਲਬ ਕਿ 30 ਦੇ ਵਿੱਚ 25-30 ਦੇ ਵਿੱਚ ਐਵਰੇਜ ਬਹੁਤ ਸੋਹਣੀ ਕੱਢਦੀ ਆ ਜੀ। ਹਾਂਜੀ। ਪਿੰਡ 'ਚ ਜਦੋਂ ਫਿਰ ਇਹਨੂੰ ਲੈ ਕੇ ਨਿਕਲਦੇ ਹੋ ਤਾਂ ਲੋਕਾਂ ਦਾ ਕਿਵੇਂ ਦਾ ਰਿਸਪੌਂਸ ਹੁੰਦਾ? ਪਹਿਲੀ ਵਾਰ ਜਦੋਂ ਇਹਨੂੰ ਲੈ ਕੇ ਨਿਕਲੇ ਸੀ ਤਾਂ ਕਿਵੇਂ ਦਾ ਰਿਐਕਸ਼ਨ ਸੀ ਲੋਕਾਂ ਦਾ? ਕਿਉਂਕਿ ਮੈਨੂੰ ਲੱਗਦਾ ਇਹਨੂੰ ਬਣਾਈ ਨੂੰ ਵੀ ਥੋੜਾ ਟਾਈਮ ਹੋ ਗਿਆ। ਹਾਂਜੀ, ਇਹਨੂੰ ਬਣੀ ਨੂੰ ਤਕਰੀਬਨ 2 ਸਾਲ ਹੋ ਗਏ ਆ ਜੀ। ਤੇ ਜਦੋਂ ਫਸਟ ਟਾਈਮ ਮੈਂ ਰੋਡ ਤੇ ਕੱਢੀ ਉਦੋਂ ਇਹ ਬੋਡੀ ਵਗੈਰਾ ਤਾਂ ਨਹੀਂ ਬਣੀ ਸੀਗੀ, ਸਿੰਪਲ ਇਹਦਾ ਢਾਂਚਾ ਹੀ ਸੀਗਾ, ਤੇ ਬੜਾ ਲੋਕਾਂ ਨੇ ਪਸੰਦ ਕੀਤਾ। ਤੇ ਕਈਆਂ ਨੇ ਚਲੋ ਟੋਕਿਆ ਵੀ, ਤੁਹਾਨੂੰ ਪਤਾ ਲੋਕ ਟੋਕਦੇ ਵੀ ਬੜੇ ਨੇ ਵੀ ਕਿਹੜੇ ਕੰਮੀ ਲੱਗਾ, ਕੋਈ ਹੋਰ ਕੋਈ ਕੰਮ ਕਰ ਲੈ ਤੂੰ, ਹਨਾ। ਤੇ ਬਟ ਇਹ ਜਦੋਂ ਕੰਪਲੀਟ ਹੋਈ ਆ ਤਾਂ ਲੋਕਾਂ ਨੇ ਬੜੀ ਸ਼ਲਾਘਾ ਕੀਤੀ ਆ। ਜਿੱਥੋਂ ਵੀ ਮੈਂ ਲੈ ਕੇ ਲੰਘਦਾ ਆ ਤਾਂ ਮੇਲਾ ਹੀ ਲੱਗ ਜਾਂਦਾ ਹੈ ਜੀ। ਤੇ ਮਤਲਬ ਤਕਰੀਬਨ ਲੋਕ ਬਾਰ-ਬਾਰ ਬਹਿੰਦੇ ਨੇ, ਫੋਟੋ ਖਿਚਾਉਂਦੇ ਨੇ ਇਹਦੇ ਉੱਪਰ, ਤੇ ਸੋ ਬੜਾ ਮਜ਼ਾ ਆਉਂਦਾ। ਫਿਰ ਉਸ ਵੇਲੇ ਪੈਸੇ ਭੁੱਲ ਜਾਂਦੇ ਆ ਮੈਨੂੰ। ਬਿਲਕੁਲ। ਤਾਂ ਅਸੀਂ ਇੱਕ ਹੋਰ ਜੁਗਾੜ ਜਿਹੜਾ ਇਹਨਾਂ ਨੇ ਲਗਾਇਆ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ। ਤਾਂ ਬਿਲਕੁਲ ਉੱਧਰ ਤੁਸੀਂ ਉਹ ਨੈਨੋ ਜਿਹੜੀ ਆ ਰੈਡੀ ਕੀਤੀ ਹੈ, ਇੱਕ ਨੈਨੋ ਨੂੰ ਜੀਪ ਦੇ ਵਿੱਚ ਤਬਦੀਲ ਕੀਤਾ। ਇਹ ਨਹੀਂ ਮੈਨੂੰ ਕਨਸੈਪਟ ਸਮਝ ਆਇਆ ਵੀ ਇਹ ਦਿਮਾਗ ਦੇ ਵਿੱਚ ਕਿੱਦਾਂ ਆਇਆ ਤੁਹਾਡੇ? ਇੱਦਾਂ ਸੀਗਾ ਜੀ ਵੀ ਐਕਚੁਅਲੀ ਨਾ ਜਿਵੇਂ ਇਹ ਗੱਡੀ ਦੀਆਂ ਮੇਰੀਆਂ ਇੰਟਰਵਿਊਜ਼ ਪਈਆਂ, ਉਸ ਤੋਂ ਬਾਅਦ ਕਾਫੀ ਡਿਮਾਂਡਸ ਮੈਨੂੰ ਆਉਣੀਆਂ ਸ਼ੁਰੂ ਹੋ ਗਈਆਂ।
ਤੇ ਉਹ ਡਿਮਾਂਡ ਤੋਂ ਹੀ ਇਦਾਂ ਹੀ ਕਿਸੇ ਕਸਟਮਰ ਨੇ ਮੈਨੂੰ ਕਿਹਾ ਤੇ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਸੀਗੀਆਂ ਉਹਦੇ ਅਕੋਰਡਿੰਗਲੀ ਫਿਰ ਇਸ ਗੱਡੀ ਨੂੰ ਤਿਆਰ ਕੀਤਾ ਆਪਾਂ। ਤਾਂ ਮੈਂ ਚਾਹੁੰਦੀ ਹਾਂ ਇੱਕ ਵਾਰੀ ਆਪਾਂ ਦਰਸ਼ਕਾਂ ਨੂੰ ਦਿਖਾਈਏ ਵੀ ਜਾ ਕੇ। ਤਾਂ ਬਿਲਕੁਲ ਸਾਡੇ ਕੋਲ ਹੀ ਖੜੀ ਹੈ ਨੈਨੋ ਤੋਂ ਕਨਵਰਟਡ ਜੀਪ। ਤੁਸੀਂ ਬਹੁਤ ਸਾਰੇ ਜੁਗਾੜ ਜਿਹੜੇ ਪੰਜਾਬੀ ਦੇ ਦੇਖੇ ਹੋਣਗੇ, ਪਰ ਇਹ ਵਾਕਈ ਬੜਾ ਯੂਨੀਕ ਜੁਗਾੜ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਤੁਹਾਨੂੰ ਵਿੰਟੇਜ ਜੀਪ ਵਾਲੀ ਫੀਲ ਜਿਹੜੀ ਹੈ, ਇਹਦੇ ਵਿੱਚ ਵਿੰਟੇਜ ਕਾਰ ਵਾਲੀ ਫੀਲ ਜਿਹੜੀ ਹੈ ਬਿਲਕੁਲ ਤੁਹਾਨੂੰ ਆਏਗੀ। ਲੋ ਪ੍ਰੋਫਾਈਲ ਜਿਹੜੀ ਹੈ ਤੁਹਾਨੂੰ ਨਜ਼ਰ ਆ ਰਹੀ, ਥੋੜੀ ਨੀਵੀਂ ਹੈ, ਪਰ ਇਹਦੇ ਜਿਹੜੇ ਟਾਇਰਸ ਨੇ ਇਹ ਵੀ ਸਵਿਫਟ ਦੇ ਯੂਜ਼ ਕੀਤੇ। ਹਾਂਜੀ, ਇਹ ਵੀ ਟਾਇਰ ਸਵਿਫਟ ਦੇ ਯੂਜ਼ ਕੀਤੇ ਨੇ। 14 ਇੰਚੀ ਟਾਇਰ ਹੈ ਜੀ ਇਹ। ਹਾਂਜੀ, ਇਹਦੇ ਵਿੱਚ ਨੈਨੋ ਜੀਪ ਦੇ ਵਿੱਚ ਕਿਵੇਂ ਤਬਦੀਲ ਕਰ ਦਿੱਤੀ, ਮਤਲਬ ਕਿ ਖਾਸ ਚੀਜ਼ਾਂ ਕਿਹੜੀਆਂ ਰਹੀਆਂ? ਇਹਦੇ ਚ ਇਦਾਂ ਜੀ, ਬੇਸਿਕਲੀ ਇਹਦਾ ਜਿਹੜਾ ਬੇਸ ਹੈ ਥੱਲੇ ਦਾ ਉਹ ਅਸੀਂ ਟੋਟਲੀ ਨੈਨੋ ਦਾ ਹੀ ਰੱਖਿਆ ਹੋਇਆ, ਤਾਂ ਜੋ ਕੋਈ ਸਾਨੂੰ ਆਉਣ ਵਾਲੇ ਸਮੇਂ 'ਚ ਪ੍ਰੋਬਲਮ ਨਾ ਆਵੇ, ਹਨਾ। ਜਿਵੇਂ ਨੈਨੋ ਦਾ ਇੰਜਨ ਪਿੱਛੇ ਹੁੰਦਾ, ਇਹਦਾ ਪਿੱਛੇ ਹੀ ਹੈ। ਸਿਰਫ ਅਸੀਂ ਇਹਦੀ ਉੱਪਰਲੀ ਬੋਡੀ ਹੈ ਉਹਨੂੰ ਅਸੀਂ ਮੋਡੀਫਾਈ ਕੀਤਾ। ਹਾਂਜੀ, ਤੇ ਜਿਹੜੇ ਇਹਦੇ ਗੇਅਰਸ ਵਗੈਰਾ ਦੀ ਆਪਾਂ ਗੱਲ ਕਰੀਏ ਜਾਂ ਰੇਸ ਬ੍ਰੇਕ ਕਲਚ, ਸਭ ਨੈਨੋ ਦਾ ਹੀ ਸਭ ਨੈਨੋ ਦਾ, ਟੋਟਲੀ ਨੈਨੋ ਦਾ ਜੀ। ਹਾਲੇ ਤੱਕ ਇਹਦਾ ਸਟੀਅਰਿੰਗ ਵੀ ਮੈਂ ਚੇਂਜ ਨਹੀਂ ਕੀਤਾ, ਉਹ ਵੀ ਓਰੀਜਨਲ ਨੈਨੋ ਦਾ ਹੀ ਹੈ। ਹਾਂਜੀ, ਤਾਂ ਫਿਰ ਜੇ ਮੈਂ ਇਹ ਵੀ ਪੁੱਛਾਂ ਤੁਹਾਨੂੰ ਕਿ ਚਲੋ ਸਵਿਫਟ ਤੇ ਤੁਸੀਂ ਟਾਇਰ ਲਾ ਲਏ, ਬਾਕੀ ਸਾਰਾ ਕੁਝ ਨੈਨੋ ਦਾ ਹੈ, ਇਹ ਆਈਡੀਆ ਕਿੱਦਾਂ ਹੈ? ਕੋਈ ਹੋਰ ਗੱਡੀ ਨਹੀਂ ਸੋਚੀ ਕਿ ਕਿਸੇ ਹੋਰ ਗੱਡੀ ਨੂੰ ਜੀਪ 'ਚ ਤਬਦੀਲ ਕਰ ਦਿਓ? ਨਹੀਂ, ਐਕਚੁਅਲੀ ਇਹਦਾ ਤਾਂ ਮਾਈਂਡ 'ਚ ਆਇਆ ਵੀ ਇੱਕ ਤਾਂ ਇਹਦਾ ਇੰਜਨ ਪਿੱਛੇ ਹੈ, ਪਿਛਲੇ ਟਾਇਰ ਜ਼ੋਰ ਮਾਰਨਗੇ, ਇੱਕ ਇਹਦੀ ਐਵਰੇਜ ਵਧੀਆ ਹੈ, ਤੇ ਦੂਜਾ ਪਤਾ ਨਹੀਂ ਆ ਮੈਨੂੰ ਨਾ ਛੋਟੀਆਂ ਗੱਡੀਆਂ ਜ਼ਿਆਦਾ ਪਸੰਦ ਹੈ, ਤੇ ਇਸ ਕਰਕੇ ਫਿਰ ਮੈਨੂੰ ਲੱਗਾ ਕਿ ਇਹ ਤੇ ਵਧੀਆ ਬਣੂਗੀ, ਇਸ ਕਰਕੇ ਇਹਦੇ ਉੱਤੇ ਬਣਾਈ ਜੀ। ਅੱਛਾ, ਬੜੇ ਸਾਰੇ ਲੋਕ ਜੀਪਾਂ ਦੇ ਟੂਚਨ ਵੀ ਪਾਉਣ ਤੇ ਬੜਾ ਸ਼ੌਂਕ ਹੁੰਦਾ ਲੋਕਾਂ ਨੂੰ ਨਾ, ਪਿੰਡ ਦੇ ਨੂੰ ਸਪੈਸ਼ਲੀ। ਤਾਂ ਕਦੇ ਕੋਈ ਇਹੋ ਜਿਹਾ ਸੀਨ ਕੀਤਾ ਕ੍ਰੀਏਟ, ਤੁਸੀਂ ਕੋਈ ਟੂਚਨ ਪਾਇਆ? ਨਹੀਂ, ਇਹਦੇ ਉੱਪਰ ਤਾਂ ਨਹੀਂ ਕੀਤਾ ਹਾਲੇ ਤੱਕ, ਪਰ ਦੂਸਰੀ ਤੇ ਕਾਫੀ ਕੀਤਾ ਆਪਾਂ। ਹਾਂਜੀ, ਉਹਦੇ ਤੇ ਕਰਦੇ ਰਹੇ ਆਪਾਂ, ਪੰਗੇ ਲਏ ਨੇ ਕਾਫੀ, ਇਹਦੇ ਤੇ ਨਹੀਂ ਪੰਗੇ ਲੈ ਕਦੇ ਵੀ ਹਾਲੇ। ਇਹ ਆਫ ਰੋਡਿੰਗ ਵਗੈਰਾ ਜ਼ਰੂਰ ਕੀਤੀ ਹੈ ਇਹਦੇ ਉੱਪਰ। ਹਾਂਜੀ, ਜੇ ਇਹਦੀ ਲਾਈਟਸ ਦੀ ਅਸੀਂ ਗੱਲ ਕਰੀਏ ਤਾਂ ਲਾਈਟਸ ਵਗੈਰਾ ਕਿੱਦਾਂ? ਇਹ ਤਾਂ ਨਾਰਮਲ ਥਾਰ ਜੀਪਾਂ ਤੇ ਲੱਗੀਆਂ ਹੀ ਹੁੰਦੀਆਂ ਨੇ ਲਾਈਟਾਂ, ਹਨਾ। ਤੇ ਇਹਦੀਆਂ ਲਾਈਟਾਂ ਫਿਰ ਕਿੱਦਾਂ ਅਲੱਗ ਤੋਂ ਲਿਆ ਕੇ ਲਗਾਈਆਂ ਨੇ ਜਿੰਨੀਆਂ ਵੀ ਹੈ, ਕਿ ਈਜ਼ੀਲੀ ਤੁਹਾਨੂੰ ਇਹ ਮਿਲ ਚੁੱਕੀਆਂ? ਜਿਵੇਂ ਜਿਹੜੀਆਂ ਹੈਡ ਲਾਈਟਾਂ ਨੇ ਜੀ, ਇਹ ਤਾਂ ਈਜ਼ੀਲੀ ਉਪਲਬਧ ਹੋ ਗਈਆਂ ਨੇ, ਤੇ ਆ ਵੀ LED ਲਾਈਟਾਂ ਨੇ, ਫਰੰਟ ਤੇ ਫੋਗ ਲਾਈਟਾਂ ਲਗਾਈਆਂ ਨੇ। ਜਿਹੜੀਆਂ ਬਾਕੀ ਲਾਈਟਾਂ ਨੇ ਇਹ ਥੋੜ੍ਹੀਆਂ ਅਵੇਲੇਬਲ ਕਰਨੀਆਂ ਪੈਂਦੀਆਂ ਨੇ, ਜਿਵੇਂ ਸਾਈਡ ਮਿਰਰ ਹੋ ਗਿਆ, ਇਹ ਫਿਰ ਥੋੜਾ ਲੱਭਣਾ ਪੈਂਦਾ ਜੀ ਸਮਾਨ, ਬਾਕੀ ਤਾਂ ਨਾਰਮਲ ਹੀ ਹੈ। ਦੇਖ ਰਹੀ ਹਾਂ ਮੈਂ ਤੁਹਾਡਾ ਇੱਕ ਲੋਗੋ ਵੀ ਲੱਗਾ ਹੋਇਆ, ਫਾਰਮੋਰੋ ਮੋਟਰਸ। ਇਹ ਫਾਰਮੋਰੋ ਦਾ ਕੀ ਮਤਲਬ ਹੈ? ਇਹ ਐਕਚੁਅਲੀ ਮੈਂ ਇਸ ਲਾਈਨ 'ਚ ਆਉਣਾ ਤਾਂ ਨਹੀਂ ਸੀਗਾ, ਜਿਵੇਂ ਤੁਸੀਂ ਸਟਾਰਟਿੰਗ ਦੇ ਵਿੱਚ ਦੱਸਿਆ ਕਿ ਮੇਰਾ ਐਜੂਕੇਸ਼ਨ ਡਿਪਾਰਟਮੈਂਟ ਹੈ ਤੇ ਗਵਰਨਮੈਂਟ ਜੌਬ ਹੈਗੀ ਆ, ਤਾਂ ਵਧੀਆ ਇੰਜੋਏ ਕਰ ਰਿਹਾ ਮੈਂ ਆਪਣੀ ਜੌਬ। ਬਟ ਉਹ ਜਿਹਦਾ ਸ਼ੌਂਕ ਦੇ ਨਾਲ ਨਾਲ ਇੱਕ ਵਰਕਿੰਗ ਦੇ ਵਿੱਚ ਕਨਵਰਟ ਹੋ ਗਿਆ। ਤੇ ਉਦੋਂ ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀ, ਤਾਂ ਉਦੋਂ ਮੈਨੂੰ ਸੀਗਾ ਕਿ ਨਾਮ ਜਿਹੜਾ ਕਿਸਾਨੀ ਨਾਲ ਸੰਬੰਧਿਤ ਹੋਵੇ, ਉਦੋਂ ਫਿਰ ਮੈਂ ਇਹ ਨਾਮ ਰੱਖਿਆ। ਉਹ ਇਹੀ ਮੇਰਾ ਹੁਣ ਲੋਗੋ ਬਣ ਗਿਆ, ਇਹ ਮੇਰੀ ਐਕਚੁਅਲੀ ਫਰਮ ਦਾ ਨਾਮ ਬਣ ਗਿਆ ਜੀ ਇਹ। ਅੱਛਾ, ਇਹਦੇ ਲਈ ਜਦੋਂ ਤੁਸੀਂ ਜਿਹੜੀ RC ਵਗੈਰਾ ਬਣਾਈ, ਨੰਬਰ ਪਲੇਟ, ਦਿੱਕਤ ਤਾਂ ਨਹੀਂ ਕੋਈ ਆਈ? ਨਹੀਂ, ਇਹਦੀ ਆਲਰੇਡੀ RC ਹੈਗੀ ਹੈ ਜੀ ਬਣੀ ਹੋਈ, ਨੰਬਰ ਪਲੇਟ ਆਲਰੇਡੀ ਲੱਗੀ ਹੋਈ ਸੀਗੀ, ਉਹੀ ਅਸੀਂ ਗਵਰਨਮੈਂਟ ਵਾਲੀ ਪਲੇਟ ਇਹਨੂੰ ਲੱਗੀ ਹੋਈ ਹੈ, ਤੇ ਇਹਦੀ 4 ਸਾਲ RC ਪਈ ਹੋਈ ਹੈ, ਮਜ਼ੇ ਨਾਲ ਚਲਾਓ, ਕੋਈ ਦਿੱਕਤ ਨਹੀਂ ਹੈ। ਹਾਂਜੀ, ਅੱਛਾ, ਅਸੀਂ ਇੱਕ ਚੀਜ਼ ਹੋਰ ਨੋਟਿਸ ਕੀਤੀ, ਜਦੋਂ ਪਿਕਚਰਸ ਦੇ ਵਿੱਚ ਇਹਨੂੰ ਦੇਖਿਆ ਤਾਂ ਇਹ ਬਿਲਕੁਲ ਇੱਕ ਬਗੈਰ ਛੱਤ ਤੋਂ ਸੀ, ਤਾਂ ਜ਼ਿਆਦਾ ਵਧੀਆ ਲੱਗ ਰਹੀ ਸੀ। ਤੁਹਾਨੂੰ ਵਧੀਆ ਮਤਲਬ ਕਿਵੇਂ ਲੱਗਦੀ ਚਲਾਣੀ ਬਗੈਰ ਛੱਤ ਤੋਂ, ਜਾਂ ਇਹ ਛੱਤ ਜਿਹੜੀ ਆ ਹੁਣ ਮਤਲਬ ਕਿਉਂ ਪਾਈ ਹੈ ਤੁਸੀਂ? ਐਕਚੁਅਲੀ ਇਹ ਤਾਂ ਵੀ ਜੀਪ ਜਿਹੜੀ ਉਹ ਕਨਵਰਟੇਬਲ ਹੁੰਦੀ ਹੈ ਜੀ, ਹੈ ਨਾ, ਤੇ ਇਹਨੂੰ ਸਮੇਂ ਦੇ ਨਾਲ ਨਾਲ ਆਪਾਂ ਕਨਵਰਟ ਕਰੀਦਾ। ਹੁਣ ਜਿਵੇਂ ਬਾਰਿਸ਼ ਦਾ 2-3 ਦਿਨ ਦਾ ਸੀਗਾ ਰੌਲਾ, ਉਹ ਇਸ ਕਰਕੇ ਮੈਂ ਇਹਦੇ ਉੱਪਰ ਹੁੱਡ ਲਾ ਲਈ, ਨਹੀਂ ਤਾਂ ਵੈਸੇ ਓਪਨ ਕਰਕੇ ਮੈਂ ਜ਼ਿਆਦਾ ਖੁਸ਼ ਹਾਂ, ਮਜ਼ਾ ਆਉਂਦਾ ਜ਼ਿਆਦਾ ਚਲਾ ਕੇ। ਪਰ ਅੱਜ ਕੱਲ੍ਹ ਥਾਰ ਦੀ ਲੁੱਕ ਵੀ ਥੋੜੀ ਇਹੋ ਜਿਹੀ ਦੇਖਣ ਨੂੰ ਮਿਲ ਰਹੀ ਹੈ, ਤੇ ਥਾਰ ਤੋਂ ਇਨਸਪਾਇਰਡ ਹੋ ਕੇ ਤਾਂ ਨਹੀਂ ਇਹਨਾਂ ਤੁਸੀਂ ਕਹਿ ਸਕਦੇ ਹਾਂ ਜੀ, ਬਟ ਹੌਲੀ ਹੌਲੀ ਇਹਦੀ ਲੁੱਕ ਉੱਧਰ ਚਲੇ ਗਈ ਹੈ। ਸਮਾਂ ਤੇ ਮੈਂ ਸੋਚ ਰਿਹਾ ਸੀ ਵੀ ਅਗਰ ਕਿਸੇ ਹੋਰ ਨੇ ਮੈਨੂੰ ਕੋਈ ਆਰਡਰ ਕੀਤਾ ਤਾਂ ਮੈਂ ਜ਼ਰੂਰ ਨਾ ਇੱਕ ਮੈਂ ਥਾਰ ਬਣਾਉਂਗਾ ਜਿਹੜੀ ਪ੍ਰੋਪਰ ਹੋਏਗੀ ਥਾਰ, ਪਰ ਮਿੰਨੀ ਥਾਰ ਹੋਏਗੀ। ਮਿੰਨੀ ਥਾਰ, ਹਾਂ ਬਿਲਕੁਲ। ਤੇ ਜੇ ਮੈਂ ਇਹਦੀ ਗੱਲ ਕਰਾਂ ਤੇ ਇਹਦੀ ਐਵਰੇਜ ਵਗੈਰਾ ਕਿੰਨੀ ਹੈ, ਤੇ ਟੋਟਲ ਤੇ ਖਰਚਾ ਜਿਹੜਾ ਤੁਹਾਡਾ ਕਿੰਨਾ ਹੋ ਗਿਆ? ਇਹ ਤਕਰੀਬਨ ਕਾਸਟ ਕੀਤੀ ਹੈ ਜੀ 2.5 ਲੱਖ ਦੀ ਇਹ ਕਾਸਟ ਕੀਤੀ ਆ, ਤੇ ਇਹਦੀ ਐਵਰੇਜ ਜਿਹੜੀ ਆ ਉਹ ਨੈਨੋ ਵਾਲੀ ਜਿਵੇਂ 25-26 ਦੇ ਵਿੱਚ ਐਵਰੇਜ ਕੱਢਦੀ ਆ। ਜ਼ਿਆਦਾ ਭਜਾਵਾਂਗੇ ਥੋੜੀ ਘਟ ਜਾਏਗੀ, ਪਰ 25-26 ਚ ਐਵਰੇਜ ਕੱਢਦੀ ਆ ਬਹੁਤ ਸੋਹਣੀ। ਹਾਂਜੀ, ਤਾਂ ਤੁਹਾਨੂੰ ਦਿਖਾ ਦਈਏ ਇੱਕ ਵਾਰੀ, ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੰਦਰੋਂ ਕਿੰਨੀ ਸੋਹਣੀ ਤਰੀਕੇ ਦੀ ਜਿਹੜੀ ਹੈ ਡਿਜ਼ਾਈਨ ਕੀਤੀ ਗਈ ਹੈ। ਸਾਰਾ ਕੁਝ ਨੈਨੋ ਦਾ ਹੀ ਹੈ। ਤੇ ਜੇਕਰ ਸਟੀਅਰਿੰਗ ਦੀ ਗੱਲ ਕਰਾਂ ਤਾਂ ਇਹ ਸਟੀਅਰਿੰਗ ਵੀ ਨੈਨੋ ਦਾ ਹੀ ਹੈ? ਹਾਂਜੀ, ਇਹ ਸਟੀਅਰਿੰਗ ਨੈਨੋ ਦਾ ਹੈ ਜੀ। ਇਹਨੂੰ ਫੈਂਸੀ ਸਟੀਅਰਿੰਗ ਵਾਲੇ ਪਾਉਣਾ ਆ, ਆਪਾਂ ਕਨਵਰਟ ਨਹੀਂ ਕੀਤਾ, ਹਲੇ ਕਰਾਂਗੇ ਆਪਾਂ। ਹਾਂਜੀ, ਤਾਂ ਇੱਕ ਹੋਰ ਮੈਂ ਤੁਹਾਨੂੰ ਚੀਜ਼ ਪੁੱਛਣਾ ਚਾਹੁੰਦੀ, ਯੂਜੂਅਲੀ ਗੱਡੀਆਂ ਦੇ ਜਿਹੜੇ ਸਟੀਅਰਿੰਗ ਹੁੰਦੇ ਆ ਉਹ ਰਾਈਟ ਸਾਈਡ ਤੇ ਹੁੰਦੇ ਆ, ਇੰਡੀਆ 'ਚ ਸਪੈਸ਼ਲੀ, ਤੇ ਤੁਸੀਂ ਇਹ ਲੈਫਟ ਹੈਂਡ ਸਾਈਡ ਤੇ ਸਟੀਅਰਿੰਗ ਲਗਾਇਆ, ਇਹਦਾ ਕਾਰਨ ਕੀ ਹੈ? ਬਸ ਕਹਿ ਲਓ ਬਾਹਰਲਾ ਮਜ਼ਾ ਲੈਣਾ ਸੀ। ਨਹੀਂ, ਕੋਈ ਦਿੱਕਤ ਤਾਂ ਨਹੀਂ ਆਈ ਵੀ ਇਦਾਂ ਚਲਾਉਣ 'ਚ? ਨਹੀਂ, ਮੈਂ ਸੱਚੀ ਦੱਸਾਂ ਤਾਂ ਮਤਲਬ ਕੋਈ ਪ੍ਰੋਬਲਮ ਇਦਾਂ ਦੀ ਆਈ ਨਹੀਂ ਹੈ।
ਮਜ਼ਾ ਆਉਂਦਾ ਚਲਾ ਕੇ। ਵੈਸੇ ਤਾਂ ਇੱਕ ਥੋੜਾ ਬਾਹਰਲੀ ਫੀਲਿੰਗ ਵੀ ਆ ਜਾਂਦੀ ਆ। ਅੱਛਾ ਜੀ। ਤੇ ਇਸ ਗੱਡੀ ਨੂੰ ਬਣਾਉਣ ਦੇ ਵਿੱਚ ਮੇਰੇ ਦੋ ਮਿੱਤਰ ਨੇ, ਸੋਨੂ ਤੇ ਗੋਰਾ ਜੀ, ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਆ। ਕਿਉਂਕਿ ਮੈਂ ਬੇਸਿਕਲੀ ਤੁਹਾਨੂੰ ਦੱਸਦਾ ਕਿ ਮੈਂ ਵੈਲਡਿੰਗ ਦਾ ਕੰਮ ਨਹੀਂ ਜਾਣਦਾ, ਹਨਾ। ਤੇ ਉਹ ਮੁੰਡੇ ਵੈਲਡਰ ਨੇ, ਤੇ ਉਹਨਾਂ ਨੂੰ ਮੈਂ ਜਿਵੇਂ ਜਿਵੇਂ ਡਿਜ਼ਾਈਨ ਮੈਂ ਉਹਨਾਂ ਨੂੰ ਦੱਸਦਾ ਰਿਹਾ, ਉਵੇਂ ਉਹਨਾਂ ਨੇ ਮੇਰੇ ਇਸ ਡਿਜ਼ਾਈਨ 'ਚ ਹੈਲਪ ਕੀਤੀ ਹੈਗੀ ਆ। ਆਪਣੀ ਮੋਗੇ ਜਿਹੜੀ ਆਪਣੀ ਵਰਕਸ਼ਾਪ ਹੈਗੀ ਆ, ਤੇ ਉੱਥੇ ਅਸੀਂ ਇਹਨੂੰ ਪ੍ਰੋਪਰਲੀ ਤਿਆਰ ਕੀਤਾ ਸਾਰਾ। ਤੇ ਫਿਰ ਮੋਗੇ ਤੋਂ ਇੱਥੇ ਮਤਲਬ ਕਾਫੀ ਡਰਾਈਵ ਕਰਕੇ ਲਿਆਂਦੀ? ਹਾਂਜੀ, ਡਰਾਈਵ ਕਰਕੇ ਲਿਆਂਦੀ ਜੀ। ਰਸਤੇ 'ਚ ਬੜੇ ਲੋਕਾਂ ਨੇ ਰੋਕਿਆ। ਉਹ ਮੈਨੂੰ ਲੱਗਦਾ ਕਿ ਤਕਰੀਬਨ ਉੱਦਾਂ ਹੁਸ਼ਿਆਰਪੁਰ ਨੂੰ 2.5 ਘੰਟੇ ਲੱਗਦੇ ਨੇ, ਤਾਂ ਮੈਨੂੰ 4-5 ਘੰਟੇ ਲੱਗ ਗਏ ਸੀਗੇ। ਸਲੋ ਆਉਂਦਿਆਂ ਨੂੰ ਰਸਤੇ 'ਚ ਰੋਕਿਆ ਬਹੁਤ ਲੋਕਾਂ ਨੇ ਮੈਨੂੰ ਵੀ ਇਹ ਫੋਟੋਆਂ ਖਿਚਾਈਆਂ ਫਿਰ ਬਹੁਤ ਜ਼ਿਆਦਾ ਜੀ। ਹਾਲਾਂਕਿ ਉਦੋਂ ਇੰਨੀ ਕੋਈ ਉਹ ਹੁੱਡ ਵਗੈਰਾ ਨਹੀਂ ਸੀ ਲੱਗੀ, ਉਹ ਕੋਈ ਕਲਰ ਨਹੀਂ ਸੀ ਹੋਇਆ, ਤਾਂ ਵੀ ਲੋਕਾਂ ਨੇ ਬਹੁਤ ਰੋਕਿਆ ਮੈਨੂੰ। ਹਾਂਜੀ। ਤੇ ਜੇ ਸਰ ਮੈਂ ਗੱਲ ਕਰਾਂ ਇਸ ਡਿਜ਼ਾਈਨ ਦੀ, ਤਾਂ ਇਹ ਡਿਜ਼ਾਈਨ ਪੇਟੈਂਟ ਕਿੱਦਾਂ ਕਰਾਉਣ ਬਾਰੇ ਸੋਚਿਆ ਤੁਸੀਂ? ਨਹੀਂ, ਇੱਦਾਂ ਤਾਂ ਫਿਲਹਾਲ ਹਲੇ ਤਾਂ ਮੈਂ ਨਹੀਂ ਕੁਝ ਸੋਚਿਆ, ਕਿਉਂਕਿ ਐਕਚੁਅਲੀ ਇੱਦਾਂ ਹੈ ਕਿ ਜੀਪ ਦੇ ਮਲਟੀਪਲ ਡਿਜ਼ਾਈਨਸ ਹੁੰਦੇ ਨੇ। ਤੇ ਵੈਸੇ ਵਿਚਾਰ ਮੇਰਾ ਹੈਗਾ ਕਿ ਇਹ ਜਿਹੜਾ ਡਿਜ਼ਾਈਨ ਥੋੜਾ ਯੂਨੀਕ ਹੈਗਾ, ਤੇ ਇਹਨੂੰ ਜ਼ਰੂਰ ਪੇਟੈਂਟ ਕਰਵਾਇਆ ਜਾਵੇ। ਤੇ ਜੇ ਆਉਣ ਵਾਲੇ ਸਮੇਂ 'ਚ ਜੇ ਲੱਗਾ ਤਾਂ ਜ਼ਰੂਰ ਕਰਾਵਾਂਗੇ ਇਹਨੂੰ। ਹਾਂਜੀ, ਮੈਨੂੰ ਲੱਗਦਾ ਕਿ ਇਹ ਦੋਨੋਂ ਜਿਹੜੇ ਤੁਸੀਂ ਵਧੀਆ ਬਣਾਈਆਂ ਨੇ ਗੱਡੀਆਂ, ਇੱਕ ਨੈਨੋ ਟੂ ਜੀਪ ਕਨਵਰਟ ਕਰਤੀ, ਇੱਕ ਅਲੱਗ-ਅਲੱਗ ਸਪੇਅਰ ਪਾਰਟ ਜੋੜ ਕੇ ਜੀਪ ਬਣਾਤੀ, ਲੱਗਦਾ ਸੈਟੀਸਫਾਈ ਨਹੀਂ, ਹੋਰ ਕੁਝ ਵਧੀਆ ਕਰਨ ਦੀ ਤਾਕ 'ਚ ਹੋ ਤੁਸੀਂ? ਹਾਂਜੀ, ਹੈ ਤਾਂ ਮਨ 'ਚ ਤਾਂ ਬਹੁਤ ਕੁਝ ਚੱਲ ਰਿਹਾ ਜੀ। ਇੱਕ ਘਰ ਮੇਰੇ ਇੱਕ ਐਕਟਿਵਾ ਖੜਾ ਆ, ਹੈਗਾ ਤਾਂ ਕਵਾੜ ਹੀ ਹੈ ਉਹ। ਤੇ ਉਹ ਤੋਂ ਮੇਰਾ ਵਿਚਾਰ ਹੈਗਾ ਕਿ ਜਿਹੜੇ ਹੈਂਡੀਕੈਪਟ ਬੰਦੇ ਨੇ, ਉਹ 2 ਟਾਇਰ ਐਕਸਟਰਾ ਲਗਾ ਕੇ ਐਕਟਿਵਾ ਚਲਾਉਂਦੇ ਨੇ। ਬਟ ਮੇਰੇ 2-3 ਕੁਲੀਗ ਵੀ ਨੇ, ਉਹ ਉਹਨਾਂ ਨੂੰ ਗਰਮੀ 'ਚ ਗਰਮੀ ਲੱਗਦੀ ਹੈ, ਧੁੱਪ ਲੱਗਦੀ ਹੈ, ਤੇ ਬਾਰਿਸ਼ ਦੇ ਵਿੱਚ ਉਹ ਭਿੱਜਦੇ ਨੇ, ਤੇ ਸਰਦੀਆਂ 'ਚ ਸਰਦੀ ਲੱਗਦੀ ਹੈ। ਮੈਂ ਉਹਨਾਂ ਵਾਸਤੇ ਨਾ ਛੱਤ ਜਿਹੜੀ ਆ ਹੁੱਡ ਤਿਆਰ ਕਰਨਾ ਚਾਹੁੰਦਾ, ਜਿਹੜੀ ਕਨਵਰਟੇਬਲ ਹੋਵੇ, ਲੋੜ ਮੁਤਾਬਕ ਲਾ ਲੈਣ, ਲੋੜ ਮੁਤਾਬਕ ਉਹਨੂੰ ਉਤਾਰ ਲੈਣ। ਤੇ ਉਹਦਾ ਵਿਚਾਰ ਹੈਗਾ, ਪਰ ਹਾਲੇ ਤੱਕ ਸਮਾਂ ਨਹੀਂ ਮੇਰਾ ਲੱਗਿਆ। ਦੇਖੋ ਪਰਮਾਤਮਾ ਕਦੋਂ ਸਿੱਧ ਪਾਉਂਦੇ ਨੇ ਉਧਰਲੇ ਪਾਸੇ ਨੂੰ। ਹਾਂਜੀ, ਜੌਬ ਦੇ ਨਾਲ ਇਹ ਚੀਜ਼ਾਂ ਕਰਨੀਆਂ ਬਹੁਤ ਔਖੀਆਂ ਨੇ, ਤੇ ਸਮਾਂ ਕਿੱਦਾਂ ਮੈਨੇਜ ਕਿੱਦਾਂ ਕਰਨਾ, ਕਿਉਂਕਿ ਬੱਚੇ ਵੀ ਨੇ, ਫੈਮਿਲੀ ਆ, ਉਹਨਾਂ ਨੂੰ ਵੀ ਟਾਈਮ ਦੇਣਾ ਬਹੁਤ ਜ਼ਰੂਰੀ ਹੈ। ਹਾਂਜੀ, ਮੁਸ਼ਕਲ ਤਾਂ ਆਉਂਦੀ ਹੈ ਜੀ। ਕਈ ਵਾਰੀ ਘਰ ਕਲੇਸ਼ ਵੀ ਹੋ ਜਾਂਦਾ ਆ, ਤੇ ਤੁਹਾਨੂੰ ਪਤਾ ਹੀ ਹੈ। ਤੇ ਕਈ ਵਾਰੀ ਜੌਬਸ ਦਾ ਵੀ ਹੋ ਜਾਂਦਾ ਹੈ ਨਾ। ਤੇ ਬਟ ਚਲੋ ਵਾਹਿਗੁਰੂ ਕਰਾਈ ਜਾਂਦੇ ਨੇ ਜੀ, ਸਮਾਂ ਕੱਢ ਲਈਦਾ, ਕਰ ਲਈਦਾ ਥੋੜਾ ਮੋਟਾ। ਹਾਂਜੀ, ਛੁੱਟੀਆਂ ਲਈਆਂ ਫਿਰ ਕਦੀ ਇਹਦਾ ਕੰਮ ਕਰਨ ਦੇ ਲਈ? ਹਾਂਜੀ, 1-2 ਵਾਰ ਲਈਆਂ ਜੀ, ਜ਼ਿਆਦਾ ਤਾਂ ਨਹੀਂ ਵੈਸੇ, ਤੇ ਲਈਆਂ। ਵੈਸੇ ਛੁੱਟੀਆਂ ਲੈਣੀਆਂ ਪੈ ਜਾਂਦੀਆਂ ਕਈ ਵਾਰੀ। ਹਾਂਜੀ, ਤਾਂ ਕਿਤੇ ਨਾ ਕਿਤੇ ਫਿਰ ਵੀ ਜਿਹੜੀ ਬੰਦਾ ਆਪ ਚੀਜ਼ ਤਿਆਰ ਕਰਦਾ, ਲਗਾਵ ਤਾਂ ਬੇਸ਼ੱਕ ਹੁੰਦਾ ਹੀ ਆ। ਅੱਛਾ, ਇੱਕ ਹੋਰ ਸਵਾਲ ਕਰਨਾ ਚਾਹੂੰਗੀ, ਕਦੇ ਪ੍ਰੀ ਵੈਡਿੰਗ ਵਾਸਤੇ ਜਾਂ ਵੈਡਿੰਗ ਵਾਸਤੇ ਸ਼ੂਟਸ ਲਈ ਕਦੀ ਕਿਸੇ ਨੇ ਤੁਹਾਡੇ ਨਾਲ ਕੰਟੈਕਟ ਨਹੀਂ ਕੀਤਾ? ਕਿਉਂਕਿ ਵਿੰਟੇਜ ਕਾਰ ਉਹ ਫੀਲਿੰਗ ਵੀ ਬੜੀ ਰਾਜੇ ਮਹਾਰਾਜਾ ਵਾਲੀ ਆਉਂਦੀ ਹੈ, ਤਾਂ ਜੇ ਕੋਈ ਬੁੱਕ ਕਰਨਾ ਚਾਹੁੰਦਾ ਤਾਂ ਕਰ ਸਕਦਾ ਇਹਨੂੰ? ਬਿਲਕੁਲ ਜੀ, ਬਿਲਕੁਲ। ਮੈਂ ਰੀਸੈਂਟਲੀ ਹੁਣ ਇਹਦੇ ਉੱਪਰ ਮੈਂ ਕੰਮ ਕਰ ਰਿਹਾ ਹੈਗਾ। ਇਸ ਗੱਡੀ ਨੂੰ ਮੇਰਾ ਵਿਚਾਰ ਹੈਗਾ ਕਿ ਇਹਦੀ ਬੈਕ ਸਾਈਡ ਜਿਹੜੀ ਹੈ ਨਾ, ਉਹਦੇ ਉੱਪਰ ਇੱਕ ਟਾਈਪ ਮੈਂ ਬਣਾ ਕੇ, ਤੇ ਇਹਨੂੰ ਅਸੀਂ ਜਿਵੇਂ ਪ੍ਰੀ ਵੈਡਿੰਗ 'ਚ ਹੋਵੇ ਜਾਂ ਮੈਰਿਜ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਲੈ ਕੇ ਜਾਣਾ ਹੋਵੇ ਪੈਲੇਸ ਦੇ ਅੰਦਰ, ਤੇ ਆਪਾਂ ਜ਼ਰੂਰ ਕਰਾਂਗੇ। ਕੋਈ ਵੀ ਸਾਨੂੰ ਕੰਟੈਕਟ ਕਰ ਸਕਦਾ ਆ। ਮੇਰਾ ਇੰਸਟਾਗ੍ਰਾਮ ਅਕਾਊਂਟ ਜਿਹੜਾ ਹੈਗਾ ਉਹ ਇਹਦੇ ਉੱਪਰ ਲੱਗਾ ਹੋਇਆ, ਉਸ 'ਤੇ ਮੇਰਾ ਨੰਬਰ ਹੈ, ਤੇ ਉਹ ਨੰਬਰ 'ਤੇ ਮੇਰੇ ਨਾਲ ਸੰਪਰਕ ਕਰ ਸਕਦੇ ਆ। ਜ਼ਰੂਰ ਆਪਾਂ ਦੇਵਾਂਗੇ, ਤੇ ਵਧੀਆ ਮਤਲਬ ਉਹਨਾਂ ਨੂੰ ਫੀਲ ਆਊਗਾ, ਔਰ ਇੱਕ ਸਪੈਸ਼ਲ ਉਹਨਾਂ ਦਾ ਮੈਰਿਜ ਜਿਹੜੀ ਹੈ ਕ੍ਰੀਏਟ ਹੋਊਗੀ ਇਹਦੇ ਉੱਪਰ। ਤਾਂ ਜੇਕਰ ਕਿਸੇ ਨੇ ਤੁਹਾਡੇ ਕੋਲੋਂ ਕੁਝ ਇਹੋ ਜਿਹਾ ਕ੍ਰੀਏਟ ਕਰਾਉਣਾ ਹੈ, ਕੁਝ ਇਹੋ ਜਿਹਾ ਟ੍ਰੈਂਡੀ ਕੁਝ ਬਣਵਾਉਣਾ ਚਾਹੁੰਦਾ ਤੁਹਾਡੇ ਕੋਲ, ਤਾਂ ਉਹਦੇ ਲਈ ਵੀ ਤਿਆਰ ਹੋ ਤੁਸੀਂ? ਹਾਂਜੀ, ਬਿਲਕੁਲ ਬਿਲਕੁਲ ਤਿਆਰ ਨੇ ਜੀ। ਤੇ ਬਟ ਇਹ ਹੈ ਕਿ ਉਸ ਬੰਦੇ ਦੀ ਰਿਕੁਆਇਰਮੈਂਟ ਕਿੱਦਾਂ ਦੀ ਹੈ, ਉਹ ਕਿਹੋ ਜਿਹਾ ਡਿਜ਼ਾਈਨ ਚਾਹੁੰਦੇ ਆ, ਤੇ ਬੈਟਰੀ ਦੇ ਚਾਹੁੰਦੇ ਆ ਜਾਂ ਛੋਟੇ ਇੰਜਨ ਦੇ ਜਾਂ ਵੱਡੇ ਦੇ ਚਾਹੁੰਦੇ, ਉਹਦੇ ਅਕੋਰਡਿੰਗਲੀ ਫਿਰ ਉਹਦੀ ਜਿਹੜੀ ਅਮਾਊਂਟ ਵਗੈਰਾ ਹੋਏਗੀ। ਤੇ ਅਦਰਵਾਈਜ਼ ਨਾਰਮਲੀ 2.5 ਤੋਂ ਸਟਾਰਟਿੰਗ ਹੈਗੀ ਆ, ਤੇ ਬਟ ਉਹਦੀ ਰਿਕੁਆਇਰਮੈਂਟ ਦੇ ਉੱਪਰ ਫਿਰ ਥੋੜਾ ਵੱਧ ਵੀ ਸਕਦਾ ਹੈ ਜੀ। ਮਤਲਬ ਤੁਹਾਡੇ ਲਈ ਵੀ ਇਹ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ, ਸ਼ੌਂਕ ਜਾਗਿਆ ਕਰ ਦਿੱਤਾ? ਬਿਲਕੁਲ ਜੀ, ਬਿਲਕੁਲ। ਸ਼ੌਂਕ ਦਾ ਮੁੱਲ ਕੋਈ ਨਹੀਂ ਹੈ, ਜਿਹੜੀ ਚੀਜ਼ ਦਿਮਾਗ 'ਚ ਆ ਗਈ ਫਿਰ ਕਰਤੀ। ਅੱਛਾ, ਜਿਵੇਂ ਤੁਸੀਂ ਦੱਸਿਆ ਕਿ ਘਰੇ ਵੀ ਕਦੇ ਕਲੇਸ਼ ਹੋ ਜਾਂਦਾ ਸੀਗਾ, ਤੇ ਹੁਣ ਕਿੱਦਾਂ ਮਿਸਿਸ ਨਾਲ ਬਹਿੰਦੇ ਨੇ ਫਿਰ ਕਦੀ? ਨਹੀਂ, ਹੁਣ ਤਾਂ ਬਿਲਕੁਲ ਹੁਣ ਤਾਂ ਬੜੇ ਖੁਸ਼ ਨੇ। ਕੱਲ ਹੀ ਅਸੀਂ ਥੋੜਾ ਮੌਸਮ ਬੜਾ ਸੁਹਾਨਾ ਜਿਹਾ ਹੋਇਆ ਸੀ, ਤੇ ਇਹਦੇ 'ਚ ਆਪਾਂ ਗੇੜੀ ਲਾਉਣ ਗਏ ਆ। ਕੰਮ ਕੁਝ ਵੀ ਨਹੀਂ ਸੀ, ਛੋਟਾ ਜਿਹਾ ਕੰਮ ਸੀਗਾ, ਪਰ ਗਏ ਇਹਦੇ ਵਿੱਚ ਫਿਰ। ਤੇ ਉਹਨਾਂ ਨੂੰ ਵੀ ਮਜ਼ਾ ਉਦੋਂ ਆਇਆ ਜਦੋਂ ਲੋਕ ਨਾ ਸਾਰੇ ਇਹਦੇ ਵੱਲੋਂ ਦੇਖ ਰਹੇ ਸੀਗੇ ਵੀ ਛੋਟੀ ਜਿਹੀ ਗੱਡੀ ਕਿਹੜੀ ਲੈ ਕੇ ਜਾ ਰਹੇ ਆ, ਤੇ ਉੱਥੇ ਫਿਰ ਕਲੇਸ਼ ਖਤਮ ਹੋ ਜਾਂਦਾ। ਫਿਰ ਮਾਫੀ ਨਹੀਂ ਮੰਗੀ ਕਿ ਸੌਰੀ? ਨਹੀਂ, ਕਦੀ ਲੇਡੀਜ਼ ਵੀ ਮਾਫੀ ਮੰਗਦੀਆਂ, ਤੁਸੀਂ ਮੰਗੀ ਕਦੀ? ਨਹੀਂ, ਮੈਂ ਤਾਂ ਕਦੀ ਬੋਲਦੀ ਨਹੀਂ ਹੁੰਦੀ ਸੌਰੀ। ਤਾਂ ਬਿਲਕੁਲ ਇਹ ਬਹੁਤ ਹੀ ਐਡਵੈਂਚਰਸ ਆ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਹੁਤ ਹੀ ਸੋਹਣੀ ਲੁੱਕ ਜਿਹੜੀ ਹੈ ਤਿਆਰ ਕੀਤੀ ਗਈ ਹੈ। ਤਾਂ ਜਿਹੜੇ ਫੋਰਮੋ ਮੋਟਰਸ ਦੇ ਵੱਲੋਂ ਜਿਹੜੀ ਇਹ ਤਿਆਰ ਕੀਤੀ ਗਈ ਹੈ, ਤਾਂ ਮੈਂ ਇੱਕ ਚੀਜ਼ ਹੋਰ ਜਿਹੜੀ ਹੈ ਮੈਂ ਨੰਬਰ ਜ਼ਰੂਰ ਪੁੱਛਣਾ ਚਾਹੂੰਗੀ। ਸਰ, ਆਪਣਾ ਇੱਕ ਕੰਟੈਕਟ ਨੰਬਰ ਜ਼ਰੂਰ ਮੈਂਸ਼ਨ ਕਰ ਦਿਓ ਤਾਂ ਕਿ ਇਹੋ ਜਿਹੀ ਕ੍ਰੀਏਸ਼ਨ ਦੇ ਲਈ ਲੋਕ ਤੁਹਾਨੂੰ ਕੰਟੈਕਟ ਕਰ ਸਕਣ। ਹਾਂਜੀ, ਮੇਰਾ ਜਿਹੜਾ ਨੰਬਰ ਹੈਗਾ ਜੀ 985559 33700 985559 ਇੰਸਟਾਗ੍ਰਾਮ ਤੇ ਮੇਰਾ ਅਕਾਊਂਟ ਬਣਾਇਆ ਹੋਇਆ ਜੀ ਫਾਰਮਰ ਮੋਟਰਸ ਦੇ ਨਾਂ ਤੇ। ਉੱਥੋਂ ਵੀ ਅਗਰ ਕਿਸੇ ਨੇ ਕੋਈ ਮੇਰੀਆਂ ਵੀਡੀਓਜ਼ ਵਗੈਰਾ ਦੇਖਣੀਆਂ ਦੇਖ ਸਕਦੇ ਆ, ਤੇ ਮੇਰਾ ਫੋਨ ਨੰਬਰ ਵੀ ਉਹਦੇ ਉੱਪਰ ਚੜਿਆ ਹੋਇਆ। ਹਾਂਜੀ,
ਬਹੁਤ ਬਹੁਤ ਧੰਨਵਾਦ ਜੀ। ਸੋ ਬਿਲਕੁਲ ਇਹ ਸਨ ਭੁਪਿੰਦਰ ਸਿੰਘ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਤਾਂ ਦੋਨੋਂ ਹੀ ਡਿਜ਼ਾਈਨ ਜਿਹੜੇ ਆ ਬਹੁਤ ਹੀ ਅਲਟੀਮੇਟ ਨੇ ਔਰ ਜੀਪਾਂ ਦੇਖਣ ਦੇ ਵਿੱਚ ਹੀ ਇੰਨੀ ਵਧੀਆ ਲੱਗ ਰਹੀਆਂ ਨੇ। ਜਦੋਂ ਤੁਸੀਂ ਬੈਠ ਕੇ ਰਾਈਡ ਕਰਦੇ ਹੋ ਜਾਂ ਜਾਂਦੇ ਹੋ ਗੇੜੀ ਲਗਾਉਣ ਦੇ ਲਈ ਤਾਂ ਪੂਰੀ ਰਾਇਲ ਜਿਹੜੀ ਫੀਲਿੰਗ ਹੈ ਉਸ ਟਾਈਮ ਤੇ ਤੁਹਾਨੂੰ ਆਉਂਦੀ ਹੈ। ਤਾਂ ਬਿਲਕੁਲ ਪੰਜਾਬੀਆਂ ਨੂੰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜੁਗਾੜੀ ਕੌਮ ਕਿਹਾ ਜਾਂਦਾ ਤੇ ਇਹਨਾਂ ਦੇ ਵੱਲੋਂ ਵੀ ਜੁਗਾੜ ਲਗਾ ਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਇਹ 2 ਆਊਟਲੈਟ ਤਿਆਰ ਕੀਤੇ ਗਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਮਨ ਹੈ ਕਿ ਕੁਝ ਹੋਰ ਵਧੀਆ ਤੇ ਕੁਝ ਹੋਰ ਯੂਨੀਕ ਜਿਹੜਾ ਹੈ ਲੋਕਾਂ ਦੇ ਲਈ ਕਰ ਸਕਣ। ਤਾਂ ਬਿਲਕੁਲ ਉਹਨਾਂ ਨੇ ਕੰਟੈਕਟ ਨੰਬਰ ਵੀ ਦਿੱਤਾ ਹੈ ਤੇ ਇਹਨਾਂ ਦੇ ਇੰਸਟਾ ਤੇ ਜਾ ਕੇ ਵੀ ਇਹਨਾਂ ਦੀ ਮਿਹਨਤ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਕੀਤੀ ਹੈ। ਔਰ ਜੇਕਰ ਤੁਸੀਂ ਇਹਨਾਂ ਗੱਡੀਆਂ ਦੀ ਬੁਕਿੰਗ ਵੀ ਕਰਾਉਣਾ ਚਾਹੁੰਦੇ ਹੋ ਆਪਣੀ ਸਪੈਸ਼ਲ ਮੂਮੈਂਟਸ ਦੇ ਲਈ ਤਾਂ ਉਹ ਵੀ ਤੁਸੀਂ ਜ਼ਰੂਰ ਕਰ ਸਕਦੇ ਹੋ। ਤੇ ਭੁਪਿੰਦਰ ਸਿੰਘ ਉਹਨਾਂ ਦੇ ਉਪਰਾਲਾ ਤੁਹਾਨੂੰ ਕਿਵੇਂ ਦਾ ਲੱਗਾ, ਇਹਨਾਂ ਦਾ ਕੰਮ ਕਿਵੇਂ ਦਾ ਲੱਗਾ, ਇਹ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਕੈਮਰਾ ਪਰਸਨ ਨਾਜ਼ਰ ਨਾਲ ਮਨਪ੍ਰੀਤ ਕੌਰ, ਦ ਏਅਰ TV ਹੁਸ਼ਿਆਰਪੁਰ।